देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਅੱਜ ਪੰਜਾਬ ਵਿਧਾਨ ਸਭਾ ਦਾ ਤੀਜਾ ਦਿਨ ਸੀਗਾ ਔਰ ਅੱਜ ਵਿਧਾਨ ਸਭਾ ਵਿੱਚ ਕਈ ਗੱਲਾਂ ਤੇ ਚਰਚਾ ਹੋਈਆਂ, ਜਿਸ ਵਿੱਚ ਜਿੱਥੇ ਕੰਟਰੈਕਟ ਜਿਹੜੇ ਕਰਮਚਾਰੀ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕਰਨ ਦਾ ਮੁੱਦਾ ਵੀ ਵਿਧਾਨ ਸਭਾ 'ਚ ਉੱਠਿਆ। ਉੱਥੇ ਪੱਕੇ ਕਰਮਚਾਰੀਆਂ ਦੀ ਸੈਲਰੀ ਦਾ ਮੁੱਦਾ ਉੱਠਿਆ, ਡੀਏ ਦਾ ਮੁੱਦਾ ਉੱਠਿਆ। ਇੰਨਾ ਹੀ ਨਹੀਂ, ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ, ਇਹ ਮੁੱਦਾ ਵੀ ਅੱਜ ਪੰਜਾਬ ਵਿਧਾਨ ਸਭਾ 'ਚ ਉੱਠਿਆ। ਯੂਪੀ ਦਾ ਅੰਸਾਰੀ ਜਿਹੜਾ ਗੈਂਗਸਟਰ ਹੈ ਮੁਖਤਿਆਰ ਅੰਸਾਰੀ, ਇਹ ਮੁੱਦਾ ਵੀ ਅੱਜ ਵਿਧਾਨ ਸਭਾ 'ਚ ਛਾਇਆ ਰਿਹਾ। ਵਿਧਾਨ ਸਭਾ 'ਚ ਅੱਜ ਦਾ ਮਤਲਬ ਕਿ ਆਪਾਂ ਇੰਪੋਰਟੈਂਟ ਕਹਿ ਸਕਦੇ ਹਾਂ। ਅੱਜ ਕਈ ਇੰਪੋਰਟੈਂਟ ਜਿਹੜੇ ਇਸ਼ੂ ਸੀਗੇ ਜਿਨ੍ਹਾਂ ਤੇ ਵਿਧਾਨ ਸਭਾ ਵਿੱਚ ਚਰਚਾ ਹੋਈ ਆ। ਸਾਡੇ ਨਾਲ ਮੇਰੇ ਸਹਿਯੋਗੀ ਆ ਰਵਿੰਦਰ ਮੀਤ, ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕੀ ਲੱਗਦਾ ਜਿਹੜੇ ਮੁੱਦਿਆਂ ਤੇ ਅੱਜ ਚਰਚਾ ਹੋਈ ਆ, ਇਹਨਾਂ ਦਾ ਕੋਈ ਰਿਜ਼ਲਟ ਨਿਕਲੂਗਾ ਜਾਂ ਇਹ ਮੁੱਦੇ ਅਜਿਹੀ ਇੱਦਾਂ ਹੀ ਮਤਲਬ ਕਿ ਜਿੱਦਾਂ ਪਹਿਲਾਂ ਵੀ ਹੁੰਦਾ ਰਿਹਾ ਵੀ ਚਰਚਾ ਦਾ ਵਿਸ਼ਾ ਜ਼ਰੂਰ ਬਣਦੇ ਆ ਪਰ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਜਾਂ ਅਸਲੀਅਤ 'ਚ ਉਹ ਧਰਾਤਲ 'ਤੇ ਲਾਗੂ ਨਹੀਂ ਹੋ ਪਾਉਂਦੇ। ਸਾਡੇ ਨਾਲ ਰਵਿੰਦਰ ਮੀਤ ਜੀ। ਰਵਿੰਦਰ, ਕੀ ਲੱਗਦਾ ਜਿਹੜੇ ਮੁੱਦੇ ਅੱਜ ਵਿਧਾਨ ਸਭਾ ਵਿੱਚ ਛਾਏ ਰਹੇ, ਇਹ ਕਿੱਦਾਂ ਮਤਲਬ ਕੋਈ ਇਹਨਾਂ ਦਾ ਕੋਈ ਰਿਜ਼ਲਟ ਨਿਕਲੂਗਾ ਜਾਂ ਇਹ ਸਿਰਫ ਇੱਕ ਚਰਚਾ ਦਾ ਵਿਸ਼ਾ ਮਤਲਬ ਕਿ ਵਿਧਾਨ ਸਭਾ 'ਚ ਬਣ ਕੇ ਹੀ ਰਹਿ ਜਾਣਗੇ? ਬਿਲਕੁਲ ਦਿਨੇਸ਼ ਜੀ, ਪਹਿਲਾਂ ਤਾਂ ਇਹ ਜਿਹੜੇ ਦੋ ਮੁੱਦੇ ਹੈਗੇ ਆ, ਇੱਕ ਤਾਂ ਜ਼ਰੂਰੀ ਮੁੱਦੇ ਤੇ ਇੱਕ ਗੈਰ ਜ਼ਰੂਰੀ ਮੁੱਦੇ। ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰ ਰਹੇ ਆ, ਇਹ ਜ਼ਰੂਰੀ ਮੁੱਦੇ ਆ। ਜ਼ਰੂਰੀ ਮੁੱਦਿਆਂ ਦੇ ਰੂਪ ਦੇ ਵਿੱਚ ਅਕਾਲੀ ਦਲ ਨੇ ਅੱਜ ਜਿਹੜਾ ਮੁੱਦਾ ਚੱਕਿਆ ਉਹ ਮੁਲਾਜ਼ਮਾਂ ਨਾਲ ਜੁੜਿਆ ਹੋਇਆ ਮੁੱਦਾ, ਡੀਏ ਦਾ ਮੁੱਦਾ, ਉਸ ਮੁੱਦੇ ਨੂੰ ਚੱਕਿਆ। ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਵੀ ਜ਼ਰੂਰੀ ਮੁੱਦਾ ਸੀ। ਇਲੈਕਟ੍ਰਿਸਿਟੀ ਦਾ ਮੁੱਦਾ ਸੀਗਾ। ਰੇਟ ਬਹੁਤ ਜ਼ਿਆਦਾ ਜਿਹੜੇ ਇਲੈਕਟ੍ਰਿਸਿਟੀ ਰੇਟ ਚੱਲ ਰਹੇ ਨੇ, ਬਿੱਲ ਬਹੁਤ ਜ਼ਿਆਦਾ ਬਿਜਲੀ ਦੇ ਆ ਰਹੇ ਨੇ, ਇਹ ਮੁੱਦਾ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਚੁੱਕਿਆ। ਇਸ ਤੋਂ ਇਲਾਵਾ ਮੁਖਤਾਰ ਅੰਸਾਰੀ ਦੀ ਤੁਸੀਂ ਗੱਲ ਕੀਤੀ ਹੈ ਤਾਂ ਉਹ ਵੀ ਮੁੱਦਾ ਅੱਜ ਅਕਾਲੀ ਦਲ ਨੇ ਵਿਧਾਨ ਸਭਾ ਦੇ ਅੰਦਰ ਚੱਕਿਆ। ਇਹ ਹੈਗੇ ਆ ਜ਼ਰੂਰੀ ਮੁੱਦੇ ਜਿਨ੍ਹਾਂ ਨੂੰ ਵਿਰੋਧੀ ਤਰ੍ਹਾਂ ਜ਼ਰੂਰੀ ਮੁੱਦੇ ਮੰਨਦੀਆਂ ਨੇ। ਲੇਕਿਨ ਇੱਕ ਗੈਰ ਜ਼ਰੂਰੀ ਜਿਹੜੇ ਮੁੱਦੇ ਹੈਗੇ ਨੇ, ਉਹਨਾਂ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਛਿੜਿਆ ਕਿੱਕੀ ਢਿੱਲੋਂ ਅਤੇ ਹਰਪਾਲ ਚੀਮਾ ਦੇ ਵਿਚਕਾਰ ਨਿੱਜੀ ਹਮਲੇ ਕੀਤੇ ਗਏ। ਹਰਪਾਲ ਚੀਮਾ ਵੱਲੋਂ ਵੀ ਨਿੱਜੀ ਹਮਲੇ ਸੀਐਮ ਦੇ ਉੱਤੇ ਕੀਤੇ ਗਏ। ਇਸ ਤੋਂ ਇਲਾਵਾ ਕਿੱਕੀ ਢਿੱਲੋਂ ਵੱਲੋਂ ਵੀ ਨਿੱਜੀ ਹਮਲੇ ਭਗਵੰਤ ਮਾਨ ਦੀ ਨਿੱਜੀ ਲਾਈਫ ਤੇ ਕੀਤੇ ਗਏ। ਇਹ ਗੈਰ ਜ਼ਰੂਰੀ ਮੁੱਦੇ ਆ ਜਿਨ੍ਹਾਂ ਦਾ ਗਵਰਨਰ ਦੇ ਭਾਸ਼ਣ ਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ। ਹਾਲਾਂਕਿ ਜਿਹੜੀ ਅੱਜ ਦੀ ਪੂਰੀ ਡਿਬੇਟ ਸੀਗੀ, ਅੱਜ ਡਿਸਕਸ਼ਨ ਸੀਗੀ, ਇਹ ਗਵਰਨਰ ਦੇ ਭਾਸ਼ਣ ਦੇ ਉੱਤੇ ਸੀਗੀ। ਲੇਕਿਨ ਮੁੱਦੇ ਕਈ ਵਾਰ ਭਟਕਦੇ ਰਹੇ, ਚਾਹੇ ਹਰਮਿੰਦਰ ਗਿੱਲ ਅਤੇ ਤੁਸੀਂ ਵਿਕਰਮ ਮਜੀਠੀਆ ਦੇ ਵਿਚਕਾਰ ਤਕਰਾਰ ਸੁਣੀ ਹੋਏਗੀ। ਦੋਨਾਂ ਦੇ ਵਿਚਕਾਰ ਇਤਿਹਾਸ ਨੂੰ ਲੈ ਕੇ, ਹਰਮਿੰਦਰ ਗਿੱਲ ਨੇ ਇਤਿਹਾਸ ਨੂੰ ਲੈ ਕੇ, ਸੁੰਦਰ ਸਿੰਘ ਮਜੀਠੀਆ ਨੂੰ ਲੈ ਕੇ ਕਈ ਗੱਲਾਂ ਬਾਤਾਂ ਜਿਹੜੀਆਂ ਕਹੀਆਂ, ਮਜੀਠੀਆ ਨੂੰ ਕਹੀਆਂ ਅਤੇ ਮਜੀਠੀਆ ਵੱਲੋਂ ਵੀ ਕਈ ਸਾਰੇ ਸਵਾਲ ਹਰਮਿੰਦਰ ਗਿੱਲ ਦੇ ਲਈ ਚੱਕੇ ਗਏ। ਇਹ ਗੈਰ ਜ਼ਰੂਰੀ ਮੁੱਦੇ ਜੋ ਲੋਕਾਂ ਨਾਲ ਸਿੱਧਾ ਇਹਨਾਂ ਦਾ ਸਰੋਕਾਰ ਨਹੀਂ ਹੈਗਾ, ਲੇਕਿਨ ਨਿੱਜੀ ਕਿਹੜਾ ਹੁੰਦੀਆਂ, ਨਿੱਜੀ ਕਿਹੜਾ ਕੱਢਣ ਦੀ ਲਗਾਤਾਰ ਕੋਸ਼ਿਸ਼ ਜਿਹੜੀ ਵਿਰੋਧੀ ਧਿਰਾਂ ਵੱਲੋਂ ਤੇ ਸੱਤਾ ਧਿਰ ਵੱਲੋਂ ਦੋਨਾਂ ਵੱਲੋਂ ਹੀ ਕੀਤੀ ਗਈ। ਹੁਣ ਅਗਰ ਅਸੀਂ ਮੁੱਦਿਆਂ ਦੀ ਗੱਲ ਕਰੀਏ ਤਾਂ ਇਲੈਕਟ੍ਰਿਸਿਟੀ ਵਾਲਾ ਮੁੱਦੇ ਦੇ ਉੱਤੇ ਅੱਜ ਸਵੇਰੇ ਹੀ ਆਮ ਆਦਮੀ ਪਾਰਟੀ ਨੇ ਐਮਐਲਏ ਹੋਸਟਲ ਤੋਂ ਲੈ ਕੇ ਪੈਦਲ ਮਾਰਚ ਕੀਤਾ, ਵਿਧਾਨ ਸਭਾ ਆਏ, ਮੁੱਦਾ ਚੱਕਿਆ, ਹੱਥਾਂ ਦੇ ਵਿੱਚ ਬੈਨਰ ਫੜੇ। ਉਸ ਤੋਂ ਬਾਅਦ ਉਹਨਾਂ ਦੇ ਪਿੱਛੇ ਪੈਦਲਰ ਅਕਾਲੀ ਦਲ ਵੀ ਆਇਆ। ਅਕਾਲੀ ਦਲ ਵੱਲੋਂ ਮੁੱਦਾ ਚੱਕਿਆ ਗਿਆ। ਮੁਖਤਿਆਰ ਅੰਸਾਰੀ ਦੀ ਗੱਲਬਾਤ ਉਹਨਾਂ ਵੱਲੋਂ ਕਹੀ ਗਈ। ਇੱਕ ਪੁਤਲਾ ਫੂਕਿਆ ਗਿਆ ਮੁਲਾਜ਼ਮਾਂ ਦੇ ਡੀਏ ਨੂੰ ਲੈ ਕੇ। ਕੇਂਦਰੀ ਵਿੱਤ ਆਯੋਗ ਨੂੰ ਲੈ ਕੇ ਵੀ ਕਈ ਸਾਰੀਆਂ ਉਹਨਾਂ ਨੇ ਪੁਤਲੇ ਦੇ ਉੱਤੇ ਨਾਮ ਲਿਖ ਕੇ ਉਹਨੂੰ ਪੁਤਲੇ ਨੂੰ ਜਲਾਇਆ ਅਤੇ ਕਿਹਾ ਕਿ ਸਰਕਾਰ ਆਪਣੇ ਗਲੋਂ ਸੱਪ ਲਾ ਕੇ ਕੇਂਦਰ ਸਰਕਾਰ ਦੇ ਗਲੇ ਪਾਉਣਾ ਚਾਹੁੰਦੀ ਹੈ। ਤਾਂ ਇਸ ਤਰੀਕੇ ਦੇ ਹਮਲੇ ਵਿਰੋਧੀਆਂ ਵੱਲੋਂ ਕੀਤੇ ਗਏ। ਸੱਤਾ ਦੀ ਗੱਲ ਕਰੀਏ ਤਾਂ ਸੱਤਾ ਦੇ ਵਿੱਚ ਜਿਸ ਤਰੀਕੇ ਨਾਲ ਗਵਰਨਰ ਦਾ ਭਾਸ਼ਣ ਹੋਇਆ, ਗਵਰਨਰ ਦੇ ਭਾਸ਼ਣ ਦੇ ਵਿੱਚ ਸੋਲੇ ਗਾਏ ਗਏ, ਸਰਕਾਰ ਦੇ ਕੰਮ ਗਿਣਵਾਏ ਗਏ, ਅਸੀਂ ਕੀ ਕੁਝ ਕੀਤਾ। ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ 100% ਕੰਮ ਮੁਕੰਮਲ ਕਰ ਦਿੱਤੇ ਗਏ ਨੇ। ਹਾਲਾਂਕਿ ਵਿਰੋਧੀ ਧਿਰਾਂ ਨੂੰ ਆਬਜੈਕਸ਼ਨ ਰਿਹਾ ਇਸ ਗੱਲ ਤੇ ਕਿ 100% ਜਿਹੜੇ ਕਦੋਂ ਕੰਮ ਹੋਏ ਆ। ਹਾਲੇ ਤੱਕ ਤਾਂ ਬਹੁਤ ਸਾਰੇ ਕੰਮ ਹੈ ਜਿਹੜੇ ਹੋਏ ਨਹੀਂ ਆ। ਹਾਲੇ ਤੱਕ 2% ਕਿਸਾਨਾਂ ਦਾ ਕਰਜ਼ਾ ਮਾਫ ਹੋਇਆ। ਹਾਲੇ ਤੱਕ ਤਾਂ 100% ਕਿਸਾਨਾਂ ਦਾ ਕਰਜ਼ਾ ਮਾਫ ਹੀ ਨਹੀਂ ਹੋਇਆ। ਹਾਲੇ ਤੱਕ ਤਾਂ ਹਰ ਘਰ ਰੁਜ਼ਗਾਰ ਹੀ ਨਹੀਂ ਮਿਲਿਆ। ਹਾਲੇ ਤੱਕ ਤਾਂ ਹਰ ਬੇਘਰੇ ਨੂੰ ਛੱਤ ਹੀ ਨਹੀਂ ਮਿਲੀ। ਹਾਲੇ ਤੱਕ ਤਾਂ ਹੋਰ ਬਹੁਤ ਸਾਰੇ ਕੰਮ ਜਿਹੜੇ ਨਸ਼ੇ ਦਾ ਮੁੱਦਾ, ਜਿਹੜਾ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ ਬਠਿੰਡੇ ਦੇ ਵਿੱਚ ਸੀਐਮ ਸਾਹਿਬ ਨੇ, ਉਸ ਨੂੰ ਲੈ ਕੇ ਵੀ ਵਿਰੋਧੀ ਧਿਰ ਨੇ ਕਿਹਾ ਕਿ ਉਹ ਕਿੱਥੇ ਨਸ਼ਾ ਖਤਮ ਹੋਇਆ, ਅੱਜ ਵੀ ਨੌਜਵਾਨ ਮਾਰ ਰਹੇ ਨੇ। ਤਾਂ ਇਹ ਗੁਣਗਾਨ ਇੱਕ ਤਰਫ ਹੋਇਆ ਕਾਂਗਰਸ ਦਾ, ਸੱਤਾ ਦੇ ਵਿੱਚ ਬੈਠੀ ਕਾਂਗਰਸ ਦਾ, ਅਤੇ ਦੂਸਰੇ ਪਾਸੇ ਵਿਰੋਧ ਹੋਇਆ ਤੇ ਪੈਰਲਲ ਸਥਿਤੀ ਚੱਲਦੀ ਰਹੀ। ਹਾਲਾਂਕਿ ਅੱਜ ਕੋਈ ਬਹੁਤੇ ਬਿੱਲ ਏਜੰਡੇ ਨਹੀਂ ਸੀ। ਅੱਜ ਸਿਰਫ ਬਹਿਸ ਸੀ, 0 ਆਵਰ ਸੀ, ਕੁਐਸਚਨ ਆਵਰ ਸੀ ਅਤੇ ਉਸ ਤੋਂ ਬਾਅਦ ਬਹਿਸ ਹੋਈ, ਸਭ ਨੂੰ ਮੌਕਾ ਦਿੱਤਾ ਗਿਆ। ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕਿਉਂਕਿ ਉਹਨਾਂ ਦੇ 19 ਵਿਧਾਇਕ ਹੈ, ਉਹਨਾਂ ਨੂੰ
ਕਰੀਬ 32-33 ਮਿੰਟ ਮਿਲੇ। ਬੀਜੇਪੀ ਦੇ 2 ਵਿਧਾਇਕ ਨੇ 4 ਮਿੰਟ ਮਿਲੇ ਉਹਨਾਂ ਨੂੰ। ਇਸ ਤਰ੍ਹਾਂ ਅਕਾਲੀ ਦਲ ਦੇ ਵਿਧਾਇਕ 14 ਨੇ, ਉਹਨਾਂ ਨੂੰ 22-23 ਮਿੰਟ ਮਿਲੇ ਆ। ਇਸ ਤੋਂ ਇਲਾਵਾ ਅਗਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 2 ਘੰਟੇ ਦਾ ਸਮਾਂ ਮਿਲਿਆ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਡਿਸਕਸ਼ਨ ਹੁੰਦੀ ਰਹੀ, ਬਹਿਸ ਹੁੰਦੀ ਰਹੀ। ਤਾਂ ਕਿਤੇ ਨਾ ਕਿਤੇ ਬਹਿਸ ਦੇ ਵਿੱਚੋਂ ਨਿਕਲਦਾ ਕੁਝ ਆਮ ਲੋਕਾਂ ਦੇ ਲਈ ਨਹੀਂ ਨਜ਼ਰ ਨਹੀਂ। ਮੇਰੀ ਗੱਲ ਉੱਥੇ ਹੀ ਖੜੀ ਆ ਵੀ ਗੱਲ ਠੀਕ ਹੈ, ਤੁਸੀਂ ਇਹਨਾਂ ਨੂੰ 2 ਭਾਗਾਂ 'ਚ ਡਿਵਾਈਡ ਕਰਤਾ, ਇੱਕ ਜ਼ਰੂਰੀ ਇੱਕ ਗੈਰ ਜ਼ਰੂਰੀ। ਗੈਰ ਜ਼ਰੂਰੀ ਨੂੰ ਤਾਂ ਆਪਾਂ ਛੱਡ ਹੀ ਦਿੰਦੇ ਆ ਵੀ ਕਿਉਂਕਿ ਉਹ ਗੈਰ ਜ਼ਰੂਰੀ ਹੈ। ਪਹਿਲੀ ਆਪਾਂ ਉਹਨਾਂ ਨੂੰ ਤਗਮਾ ਦੇਤਾ ਵੀ ਇਹ ਗੈਰ ਜ਼ਰੂਰੀ ਹੈ, ਇਹਨਾਂ ਦੀ ਤਾਂ ਕੋਈ ਗੱਲ ਕਰਨ ਦਾ ਕੋਈ ਫਾਇਦਾ ਵੀ ਨਹੀਂ ਆ। ਪਰ ਜਿਹੜੇ ਜ਼ਰੂਰੀ ਆ, ਲੋਕਾਂ ਨਾਲ ਜੁੜੇ ਹੋਏ ਮੁੱਦੇ ਆ, ਔਰ ਵਿਧਾਨ ਸਭਾ 'ਚ ਉੱਠੇ ਵੀ, ਵਿਪਕਸ਼ ਨੇ ਉਹਨਾਂ ਨੂੰ ਉਠਾਇਆ ਵੀ, ਵਿਪਕਸ਼ ਨੇ ਵਾਕਆਊਟ ਵੀ ਕੀਤਾ, ਸਰਕਾਰ ਦਾ ਧਿਆਨ ਵੀ ਦਿਲਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਸੋਥੋਂ ਇਹ ਜਾਣਨਾ ਚਾਹੁੰਦਾ ਹਾਂ ਵੀ ਕੀ ਇਹਨਾਂ ਮੁੱਦਿਆਂ ਦਾ ਇੱਥੇ ਉਠਾਉਣ ਦਾ ਲੋਕਾਂ ਨੂੰ ਕੋਈ ਬੈਨੀਫਿਟ ਮਿਲ ਪਾਊਗਾ, ਜਾਂ ਇਹ ਮੁੱਦੇ ਜਿਹੜੇ ਜ਼ਰੂਰੀ ਮੁੱਦੇ ਜਿਹੜੇ ਅੱਜ ਉੱਠੇ ਆ, ਇਹ ਵੀ ਪਹਿਲੇ ਵਾਂਗੂ ਜਿੱਦਾਂ ਪਹਿਲੇ ਵੀ ਜ਼ਰੂਰੀ ਮੁੱਦੇ ਉੱਠਦੇ ਰਹੇ ਆ, ਇਹ ਕੋਈ ਪਹਿਲੀ ਵਾਰ ਨਹੀਂ ਉੱਠੇ, ਇਹ ਪੁਰਾਣੇ ਮੁੱਦੇ ਆ ਜਿਹੜੇ ਇਸ ਵਾਰੀ ਫੇਰ ਉੱਠੇ ਆ। ਕਿ ਇਹ ਮੁੱਦੇ ਇੱਥੇ ਹੀ ਇੱਦਾਂ ਹੀ ਖਤਮ ਹੋ ਜਾਣਗੇ ਜਾਂ ਲੋਕਾਂ ਨੂੰ ਕੋਈ ਬੈਨੀਫਿਟ ਜਾਊਗਾ, ਲੋਕਾਂ ਵੱਲ ਕੋਈ ਕਾਰਵਾਈ ਹੋਊਗੀ, ਲੋਕਾਂ ਨੂੰ ਕੋਈ ਬੈਨੀਫਿਟ ਜਾਊਗਾ, ਲੋਕਾਂ ਲਈ ਕੋਈ ਕਦਮ ਚੁੱਕਿਆ ਜਾਊਗਾ? ਦੇਖੋ 117 ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਹੈਗੀਆਂ ਨੇ, ਸਾਰੀਆਂ ਸੀਟਾਂ ਤੇ ਸਾਰੀਆਂ ਪਾਰਟੀਆਂ ਲੜਦੀਆਂ ਨੇ, ਸਾਰੇ ਹੀ ਆਪਦਾ ਜ਼ੋਰ ਲਾਉਂਦੇ ਨੇ। ਉਹਦੇ 'ਚ ਕੁਝ ਸੱਤਾ ਦੇ ਵਿੱਚ ਆ ਜਾਂਦੇ, ਕੁਝ ਵਿਰੋਧੀ ਧਿਰ ਦੇ ਵਿੱਚ ਆ ਜਾਂਦੇ ਤੇ ਕੋਈ ਵਿਰੋਧੀ ਧਿਰ ਦੇ ਵਿੱਚੋਂ ਵੀ ਬਾਹਰ ਹੋ ਜਾਂਦੇ ਆ। ਜਿਵੇਂ ਕਿ ਅਕਾਲੀ ਦਲ ਬਹੁਤ ਘੱਟ MLA 14 MLA ਆ, ਤਾਂ LOP ਉਹਨਾਂ ਦਾ ਨਹੀਂ ਬਣਿਆ। ਤੇ ਕੁਝ ਲੋਕ ਇਨਸਾਫ ਪਾਰਟੀ ਦੇ ਜਿਵੇਂ 2 MLA ਹੈਗੇ, BJP ਦੇ ਵੀ 2 MLA ਹੈਗੇ ਆ, ਤਾਂ ਕੁਝ ਇਸ ਤਰੀਕੇ ਦੇ। ਲੇਕਿਨ ਉਹਨਾਂ ਦਾ ਕੰਮ ਹੁੰਦਾ, ਉਹਨਾਂ ਦਾ ਵੀ ਇੱਕ ਆਪਣਾ ਕੰਮ ਹੁੰਦਾ। ਵਿਰੋਧੀ ਧਿਰ ਦੇ ਵਿੱਚ ਬੈਠੀਆਂ ਜੋ ਵੀ ਪਾਰਟੀਆਂ, ਉਹਨਾਂ ਦਾ ਵੀ ਇੱਕ ਆਪਣਾ ਕੰਮ ਹੁੰਦਾ। ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਚੱਕਣੀ, ਸਰਕਾਰ ਦੇ ਉਹਨਾਂ ਦੇ ਕੰਮਾਂ ਦੇ ਖਿਲਾਫ ਆਵਾਜ਼ ਚੱਕਣੀ ਜਿਹੜੇ ਕੰਮ ਉਹਨਾਂ ਨੇ ਵਾਅਦੇ ਕੀਤੇ ਸੀ ਲੇਕਿਨ ਹੋਏ ਨਹੀਂ ਹੈ, ਤਾਂ ਉਹਨਾਂ ਦਾ ਕੰਮ ਹੈ ਆਵਾਜ਼ ਚੱਕਣਾ। ਹੁਣ ਦੇਖੋ ਇਲੈਕਸ਼ਨ, ਜੇ ਇਹੀ ਸਵਾਲ ਦੂਸਰੇ ਬਜਟ ਦੇ ਵਿੱਚ ਤੁਸੀਂ ਪੁੱਛਦੇ ਤਾਂ ਸ਼ਾਇਦ ਅਫਸਰ ਕਹਿੰਦੇ ਕਿ ਸ਼ਾਇਦ ਹੀ ਕੁਝ ਹੋਵੇ, ਕਿਉਂਕਿ ਦੂਸਰਾ ਬਜਟ ਹੈ, ਹਲੇ ਸਰਕਾਰ ਨੂੰ ਜ਼ਰੂਰਤ ਨਹੀਂ ਹੈਗੀ, ਹਲੇ 2 ਸਾਲ ਹੋਇਆ। ਲੇਕਿਨ ਇਹ ਸਾਲ ਮੁੱਦੇ ਚੱਕਣਾ ਜ਼ਰੂਰੀ ਕਿਉਂ ਹੈਗਾ? ਉਹਦਾ ਬੈਨੀਫਿਟ ਕੀ ਹੁੰਦਾ? ਉਹਦਾ ਬੈਨੀਫਿਟ ਲੋਕਾਂ ਨੂੰ ਮਿਲਦਾ, ਕਿਤੇ ਨਾ ਕਿਤੇ ਮਿਲਦਾ, ਕਿਉਂਕਿ ਵੱਧ ਬਿਜਲੀ ਦੇ ਬਿੱਲ ਆਉਣਗੇ ਤਾਂ ਸਾਰਿਆਂ ਨੂੰ ਰਾਹਤ ਮਿਲੂਗੀ, ਤੁਹਾਨੂੰ ਮੈਨੂੰ ਵੀ ਰਾਹਤ ਮਿਲੂਗੀ। ਜੇ ਘੱਟ ਬਿੱਲ ਆਉਣਗੇ ਤਾਂ ਉਹਦੇ ਨਾਲ ਇੱਕ ਜਦੋਂ ਆਪੋਜੀਸ਼ਨ ਚੱਕਦੀ ਆ ਮੁੱਦਾ ਤਾਂ ਫਾਇਦਾ ਸਿੱਧੇ ਤੌਰ ਤੇ ਲੋਕਾਂ ਨੂੰ ਜ਼ਰੂਰ ਜਾਂਦਾ। ਲੋਕ ਵੀ ਇਹ ਮੋਨੀਟਰ ਕਰਦੇ ਆ ਕਿ ਜਿਹੜੇ 4-5 ਲੋਕਾਂ ਨੇ ਇੱਕ ਲੱਖ ਲੋਕਾਂ ਨੇ MLA ਚੁਣ ਕੇ ਭੇਜਿਆ ਵਿਧਾਨ ਸਭਾ ਦੇ, ਉਹ ਸਾਡੇ ਮੁੱਦੇ ਵੀ ਚੱਕਦਾ ਕਿ ਨਹੀਂ ਚੱਕਦਾ। ਇਸ ਵਾਰੀ ਮੈਨੂੰ 15,000 ਬਿੱਲ ਆਇਆ, ਮੇਰੇ ਇਹਨੇ ਮੁੱਦਾ ਚੱਕਿਆ ਕਿ ਨਹੀਂ ਚੱਕਿਆ। ਇਸ ਵਾਰੀ ਮੇਰੀ ਤਨਖਾਹ ਲੇਟ ਆਈ, ਮੇਰਾ DA ਨਹੀਂ ਮਿਲਿਆ, ਮੇਰਾ TA ਨਹੀਂ ਮਿਲਿਆ, ਮੇਰੇ ਮੁੱਦਾ ਚੱਕਿਆ ਕਿ ਨਹੀਂ ਚੱਕਿਆ। ਅਕਸਰ ਮੁਲਾਜ਼ਮਾਂ ਨੇ ਤਾਂ ਵੋਟ ਪਾਈ ਹੈ ਨਾ, ਪੰਜਾਬ 'ਚ 9.5 ਲੱਖ ਮੁਲਾਜ਼ਮ ਹੈਗੇ ਆ ਜਿਨ੍ਹਾਂ ਨੇ ਵੀ ਵੋਟ ਪਾਈ ਆ, ਜਿਨ੍ਹਾਂ ਨੇ ਵੋਟਾਂ ਦੇ ਵਿੱਚ ਕੰਮ ਵੀ ਕੀਤਾ, ਵੋਟਾਂ ਪਾਉਣ ਦਾ ਕੰਮ ਵੀ ਕੀਤਾ, ਤਾਂ ਉਹ ਕਿਤੇ ਨਾ ਕਿਤੇ ਇਹਨਾਂ ਦਾ ਬੈਨੀਫਿਟ ਜ਼ਰੂਰ ਹੁੰਦਾ। ਸਰਕਾਰ ਇਹਨਾਂ ਤੇ ਸੋਚਣ ਲਈ ਮਜਬੂਰ ਜ਼ਰੂਰ ਹੁੰਦੀ ਹੈ, ਕਿਉਂਕਿ ਦਸੰਬਰ ਦੇ ਵਿੱਚ ਹੋ ਸਕਦਾ ਜਾਬਤਾ ਲੱਗ ਜੇ, ਉਸ ਤੋਂ ਬਾਅਦ ਇਲੈਕਸ਼ਨ ਹੈਗੇ, ਇਲੈਕਸ਼ਨ ਈਅਰ ਚੱਲ ਰਿਹਾ, ਤਾਂ ਸਰਕਾਰ ਨੂੰ ਵੀ ਕੰਮਾਂ ਬਾਰੇ ਸੋਚਣਾ ਪਏਗਾ। ਲੇਕਿਨ ਜੇ ਸਰਕਾਰ ਨਹੀਂ ਕਰੇਗੀ ਤਾਂ ਪੰਡੀ ਪ੍ਰਚਾਰ ਵਿਰੋਧੀ ਤਰ੍ਹਾਂ ਬਾਹਰ ਆ ਕੇ ਵੀ ਕਰਨਗੀਆਂ, ਜਿਸ ਤਰੀਕੇ ਨਾਲ ਹੁਣ ਕਰਦੀਆਂ ਨੇ। ਇੱਥੇ ਆ ਕੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿਣਗੇ, ਅਗਰ ਅੰਦਰ ਰਿਕਾਰਡਿੰਗ 'ਚ ਨਹੀਂ ਸੁਣਿਆ ਤਾਂ ਬਾਹਰ ਆ ਕੇ ਮੀਡੀਆ ਦੇ ਵਿੱਚ ਦੱਸ ਦੇਣਗੇ। ਜਿਵੇਂ ਸਵੇਰੇ ਆਉਂਦੇ ਆ, ਸਵੇਰੇ ਦਿਨ ਚੜ੍ਹਦੇ ਆ ਸਾਰ ਪਲੈਨਿੰਗ ਹੋ ਜਾਂਦੀ ਹੈ ਸਾਰੀਆਂ ਵਿਰੋਧੀ ਪਾਰਟੀਆਂ ਦੀ, ਜੀ ਅੱਜ ਅਸੀਂ ਸਾਈਕਲ ਰੈਲੀ ਕਰਾਂਗੇ, ਜੀ ਅੱਜ ਅਸੀਂ ਪੁਤਲਾ ਫੂਕਾਂਗੇ, ਜੀ ਅੱਜ ਅਸੀਂ ਰੈਲੀ ਕਰਾਂਗੇ, ਅੱਜ ਅਸੀਂ ਬਛਾਰਾ ਖਾਵਾਂਗੇ, ਉਹਨਾਂ ਦੀ ਪਲੈਨਿੰਗ ਹੋ ਜਾਂਦੀ ਹੈ। ਤਾਂ ਵਿਰੋਧੀ ਧਿਰਾਂ ਦਾ ਤਾਂ ਕੰਮ ਹੀ ਆਵਾਜ਼ ਚੱਕਣਾ, ਉਹਦਾ ਬੈਨੀਫਿਟ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਜ਼ਰੂਰ ਜਾਂਦਾ। ਚਲੋ ਥੈਂਕ ਯੂ। ਇਹ ਸੀਗੇ ਰਵਿੰਦਰ ਮੀਤ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਅੱਜ ਜ਼ਰੂਰੀ ਮੁੱਦੇ ਚੁੱਕੇ ਗਏ ਆ, ਇਹਨਾਂ ਦਾ ਲੋਕਾਂ ਨੂੰ ਕਦੇ ਨਾ ਕਦੇ ਬੈਨੀਫਿਟ ਜ਼ਰੂਰ ਮਿਲੂਗਾ। ਉਹਨਾਂ ਦਾ ਕਹਿਣਾ ਹੈ ਕਿ ਇਹ ਇਲੈਕਸ਼ਨ ਈਅਰ ਹੈ, ਔਰ ਦਸੰਬਰ ਤੋਂ ਚੋਣ ਜਾਬਤਾ ਜਿਹੜਾ ਲੱਗ ਸਕਦਾ। ਜਦ ਚੋਣ ਜਾਬਤਾ ਦਸੰਬਰ 'ਚ ਲੱਗ ਜਾਂਦਾ ਤਾਂ ਵੀ 7-8 ਮਹੀਨੇ ਹਾਲੇ ਸਰਕਾਰ ਕੋਲੇ ਹੈਗੇ ਆ ਕੰਮ ਕਰਨ ਲਈ। ਔਰ ਜਦੀ ਸਰਕਾਰ ਜਿਹੜੇ ਮੁੱਦੇ ਅੱਜ ਵਿਪਕਸ਼ ਨੇ ਚੁੱਕੇ ਆ ਜਾਂ ਵਿਰੋਧੀ ਧਿਰ ਨੇ ਚੁੱਕੇ ਆ, ਜਦੀ ਸਰਕਾਰ ਇਹਨਾਂ ਨੂੰ ਅਮਲੀ ਜਾਮਾ ਪਹਿਨਾ ਦੇ ਤਾਂ ਉਹ ਚੁਣਾਵ ਮੈਦਾਨ 'ਚ ਜਾ ਸਕਦੀ ਆ। ਨਹੀਂ ਤਾਂ ਫਿਰ ਵਿਰੋਧੀ ਧਿਰ ਇਹੀ ਮੁੱਦੇ ਲਿਜਾ ਕੇ ਚੁਣਾਵ ਮੈਦਾਨ 'ਚ ਜਾਣਗੇ, ਔਰ ਜਿਸ ਕਰਕੇ ਸਰਕਾਰ ਨੂੰ ਨੁਕਸਾਨ ਹੋ ਸਕਦਾ। ਔਰ ਇਸ ਕਰਕੇ ਰਵਿੰਦਰ ਮੀਤ ਦਾ ਵੀ ਮੰਨਣਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਦਾ ਫਾਇਦਾ ਜ਼ਰੂਰ ਲੋਕਾਂ ਨੂੰ ਮਿਲੇਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।
ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 768 045 80 85 588 38617।